इस वेले जिहड़ी स्थिति बनी हुई है इस वेले और जदों संघर्ष शुरू होया सी इन्हां नूं दोनां नूं जदों मुलांकन करके देखोगे तां स्थिति दे अनुसार तुहानूं की नज़र आ रहा, की वखरेवा नज़र आ रहा संघर्ष दे विच? ਉਹਦੀ ਤੁਸੀਂ ਕਹਿ ਸਕਦੇ ਹੋ ਕਿ ਸਟਰਗਲਫੁਲ ਸਪਿਰਿਟ ਸੀ ਉਸ ਸੰਘਰਸ਼ ਦੀ। ਉਹ ਇੰਨੀ ਜ਼ਿਆਦਾ ਉੱਚ ਪੱਧਰ ਦੀ ਸੀ ਕਿ ਜਿਹਦੇ ਵਿੱਚ ਹਰ ਵਿਅਕਤੀ ਮੇਰੇ ਖਿਆਲ ਦੇ ਨਾਲ ਆਪਣੇ ਵਿੱਤ ਤੋਂ ਵੱਧ ਯੋਗਦਾਨ ਪਾਉਣ ਦੇ ਵਾਸਤੇ ਤਿਆਰ ਸੀ। ਚਾਹੇ ਉੱਥੇ ਜਾਨਾਂ ਜਾ ਰਹੀਆਂ ਸੀ, ਚਾਹੇ ਉੱਥੇ ਮਾਲੀ ਨੁਕਸਾਨ ਹੋ ਰਿਹਾ ਸੀ, ਚਾਹੇ ਜਾਨੀ ਨੁਕਸਾਨ ਹੋ ਰਿਹਾ ਸੀ, ਪਰ ਲੋਕ ਇੰਜ ਸੋਚ ਕੇ ਚੱਲ ਰਹੇ ਸੀ ਕਿ ਅਸੀਂ ਇਹਨਾਂ ਕਾਨੂੰਨਾਂ ਦੇ ਪ੍ਰਤੀ ਇੱਕ ਆਰ-ਪਾਰ ਦੀ ਲੜਾਈ ਲੜ ਰਹੇ ਹਾਂ। ਕਿ 26 ਜਨਵਰੀ ਤੋਂ ਪਹਿਲਾਂ ਸਰਕਾਰ ਦੇ ਉੱਪਰ ਇੱਕ ਬਹੁਤ ਵੱਡਾ ਦਬਾਅ ਸੀ। ਉਹ ਦਬਾਅ ਇੰਨਾ ਜ਼ਿਆਦਾ ਕਿ ਸਰਕਾਰ ਮਤਲਬ ਕਿ ਇੰਜ ਲੱਗਦਾ ਸੀ ਕਿ ਸਾਰੇ ਸੰਘਰਸ਼ ਦੇ ਕੇ ਝੁਕੀ ਪਈ ਹੈ। 26 ਤੋਂ ਬਾਅਦ ਇੱਕ ਤਾਂ ਉਹ ਜਿਹੜਾ ਦਬਾਅ ਉਹ ਘਟਿਆ ਨਜ਼ਰ ਆਇਆ। ਜਿਹੜੀ ਕਿਸਾਨਾਂ ਦੀ ਆਗੂ ਪ੍ਰਣਾਲੀ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਜਿਹੜੀ ਇੱਕ ਦਰਾਰ ਪੈ ਗਈ ਉਹਨੇ ਕਿਤੇ ਨਾ ਕਿਤੇ ਸੰਘਰਸ਼ ਨੂੰ ਕਮਜ਼ੋਰ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਵਿਜ਼ਨ ਹੈ ਜਿਹੜਾ ਜਥੇਬੰਦੀਆਂ ਨੇ ਦੇਖਣਾ ਸੀ ਜਾਂ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਉਹਨਾਂ ਨੇ ਦੇਖਣਾ ਸੀ, ਉਹਦੇ ਵਿੱਚ ਕੋਈ ਕੁਤਾਹੀ ਹੋਈ ਹੈ? ਅਸੀਂ ਵਿਜ਼ਨ ਆਪਣਾ ਸਹੀ ਤੈਅ ਨਹੀਂ ਕਰ ਪਾਏ ਤਾਂ ਹੀ ਇਹ ਹੁਣ ਜਾ ਕੇ ਇੱਥੇ ਆ ਕੇ ਵਖਰੇਵੇਂ ਸਾਡੇ ਵਧੇ ਆ ਜਾਂ ਪੈਦਾ ਹੋਏ ਆ। ਅਸੀਂ ਕਹਿ ਦਈਏ ਅਸੀਂ ਇਕੱਠੇ ਹਾਂ, ਪਰ ਜਦੋਂ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ, ਸਾਡੇ ਪ੍ਰੋਗਰਾਮਾਂ ਦੇ ਵਿੱਚ, ਪ੍ਰੋਗਰਾਮ ਦੀ ਸ਼ਮੂਲੀਅਤ ਦੇ ਵਿੱਚ ਸਾਡੀ ਵੱਖਰਤਾ ਸਾਹਮਣੇ ਆਉਂਦੀ ਤਾਂ ਓਬਵੀਅਸਲੀ ਲੋਕਾਂ ਨੂੰ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਵਿੱਚ ਕੋਈ ਗੜਬੜ ਚੱਲ ਰਹੀ ਹੈ। ਹੁਣ ਉਦੋਂ ਤੱਕ ਸੀਗਾ ਕਿ ਇਸ ਸੰਘਰਸ਼ ਦੇ ਪ੍ਰਤੀ ਜਿਹੜੀ ਸੀ ਪੋਲੀਟੀਕਲ ਬਿਲਕੁਲ ਅਨਟੱਚੇਬਿਲਿਟੀ ਬਣਾ ਕੇ ਰੱਖੀ, ਜੇਕਰ ਰਾਜਨੀਤਿਕ ਬੰਦਾ ਤਾਂ ਸ਼ਾਮਲ ਹੋ ਹੀ ਨਹੀਂ ਸਕਦਾ। ਹੁਣ ਉਹੀ ਧਿਰ ਜਦੋਂ ਉਹ ਬੰਗਾਲ ਦੇ ਵਿੱਚ ਜਾ ਕੇ ਰਾਜਨੀਤਿਕ ਧਿਰਾਂ ਦੇ ਨਾਲ ਖੜੀ ਹੈ ਤਾਂ ਕਿਤੇ ਨਾ ਕਿਤੇ ਫਿਰ ਜਦੋਂ ਇਵੇਂ ਦੇ ਵਰਤਾਰੇ ਵਾਪਰਦੇ ਆ ਲੋਕਾਂ ਦੀ ਮਾਨਸਿਕ ਸੱਤਾ ਦੇ ਵਿੱਚ ਖੰਡਾਅ ਪੈਦਾ ਹੋ ਜਾਂਦਾ ਹੈ। ਭਵਿੱਖ ਦੇ ਵਿੱਚ ਕੋਈ ਸਾਂਝਾ ਮੰਚ ਤੁਹਾਨੂੰ ਨਜ਼ਰ ਆ ਰਿਹਾ ਕਿਸੇ ਪਾਸੇ ਇਸ ਸੰਘਰਸ਼ ਦੇ ਪ੍ਰਤੀ ਸਾਰੀਆਂ ਜਥੇਬੰਦੀਆਂ ਜਾਂ ਜਿਹੜੇ ਨੌਜਵਾਨ ਹੁਣ ਵੱਖਰੇ ਹੋ ਕੇ ਚੱਲੇ ਉਹਨਾਂ ਦਾ? ਹੋਇਆ ਕਿ ਨੌਜਵਾਨ ਸੰਘਰਸ਼ ਦੀ ਤਾਕਤ ਸੀ ਔਰ ਇੱਕ ਵੱਡੀ ਤਾਕਤ ਸੀ ਕਿ ਉਹਨਾਂ ਦੇ ਨਾਲ ਜੇ ਸਾਡੇ 'ਚ ਥੋੜ੍ਹੀ ਜਿਹੀ ਵੀ ਤਵਰਕ ਪੈਦਾ ਹੋਏ ਨੇ, ਥੋੜ੍ਹੀ ਜਿਹੀ ਵੀ ਦਰਾੜ ਪੈਦਾ ਹੋਈ ਹੈ ਤਾਂ ਉਹਦੇ ਨਾਲ ਸੰਘਰਸ਼ ਕਮਜ਼ੋਰ ਹੋਇਆ ਅਤੇ ਸੰਘਰਸ਼ ਦੀ ਕਮਜ਼ੋਰੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਵੱਡੀਆਂ ਰੰਜਿਸ਼ਾਂ ਉਦੋਂ ਸਾਹਮਣੇ ਆਈਆਂ ਜਦੋਂ ਸਟੇਜ ਦੇ ਉੱਪਰੋਂ ਜਿਹੜਾ ਸੀ ਨਾ ਉਹ ਸਿੱਖ ਪਰੰਪਰਾਵਾਂ ਦੇ ਖਿਲਾਫ ਜਿਹੜੀ ਸੀ ਉਹ ਗੱਲ ਹੋਣੀ ਸ਼ੁਰੂ ਹੋ ਗਈ ਕਿ ਨਿਹੰਗ ਜਥੇਬੰਦੀਆਂ ਚਲੇ ਜਾਣ, ਨਿਸ਼ਾਨ ਸਾਹਿਬ ਇੱਥੋਂ ਦੂਰ ਲੈ ਜਾਏ ਜਾਣ, ਛਾਉਣੀਆਂ ਚੁੱਕ ਲੀਆਂ ਜਾਣ। ਉਹਦੇ ਤੋਂ ਬਾਅਦ ਹੋਰ ਵੀ ਕਈ ਗੱਲਾਂ ਹੋਈਆਂ ਜਿਹਦੇ ਵਰਕੇ ਲੀਡਰ ਪਹਿਲਾਂ ਕਹਿੰਦੇ ਵੀ ਰਹੇ, ਬਾਅਦ 'ਚ ਮਾਫੀਆਂ ਵੀ ਮੰਗਦੇ ਰਹੇ। ਖੇਤੀ ਕਾਨੂੰਨ ਨੂੰ ਨਾ ਰੱਦ ਕਰਨ ਦੀ ਗੱਲਬਾਤ ਹੈ, ਉਹਦੇ ਉੱਤੇ ਸਰਕਾਰ ਸਿਰਫ ਆਪਣਾ ਪੱਤਾ ਖੇਡ ਰਹੀ ਹੈ। ਅਸਲੀ ਮਨਸ਼ਾ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਹੋਰ ਹੈ, ਉਹਦੀ ਰਣਨੀਤੀ ਜਿਹੜੀ ਹੋਰ ਹੈ। ਇਹ ਕਿਸੇ ਵੇਲੇ ਵੀ ਹੁਣ ਅੱਜ ਆਪਾਂ ਕਹੀਏ ਕਿ ਅੱਜ ਕਾਨੂੰਨ ਵਾਪਸ ਲੈ ਲੈਂਦੀ ਹੈ ਸਰਕਾਰ, ਉਹ ਕਹਿੰਦੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਉਹਦੇ। ਵੇਖੋ ਪਹਿਲੀ ਗੱਲ ਤਾਂ ਕਿ ਇਹ ਸੱਚਮੁੱਚ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ, ਇਹ ਚਿਹਰਾ ਹੁੰਦਾ ਦੇਸ਼ ਨੂੰ ਬਹੁਤ ਵੱਡੇ ਰੂਪ 'ਚ ਬਿਊਰੋਕ੍ਰੇਸੀ ਚਲਾ ਰਹੀ ਹੁੰਦੀ ਹੈ। ਸੋ ਓਬਵੀਅਸਲੀ ਜੇ ਤੁਸੀਂ ਪੈਸੇ ਦੇ ਨਾਲ, ਨੋਟ ਦੇ ਨਾਲ ਵੋਟ ਨੂੰ ਖਰੀਦਣ ਦੀ ਗੱਲ ਕਰਨੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਘਰਾਣੇ ਜਿਹੜੇ ਆਪਣੇ ਹੱਥਾਂ 'ਚ ਰੱਖਣੇ ਪੈਣਗੇ ਜਿਨ੍ਹਾਂ ਘਰਾਣਿਆਂ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਵੋਟਾਂ 'ਚ ਫੰਡ ਲਿਆ ਜਾ ਸਕਦਾ। ਸੋ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਕੁਝ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਤੁਸੀਂ ਪਿਛਲੇ 5, 7, 8, 10 ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਗਰੋਥ ਹੈ ਉਹਨੂੰ ਵੇਖੋ ਕਿ ਕਿੰਨੇ ਮਿਲੀਅਨ ਡਾਲਰ ਜਿਹੜੀ ਆ ਵਧੀ ਹੈ। ਸੋ ਇਸ ਤਰ੍ਹਾਂ ਕੁਝ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਕੁਛ ਜਿਹੜੇ ਆਮ ਲੋਕ ਸੀ ਉਹਨਾਂ ਦਾ ਲਹੂ ਪੀਤਾ ਜਾ ਰਿਹਾ। ਪੰਜਾਬ ਦੀ ਤਾਸੀਰ ਐਸੀ ਰਹੀ ਹੈ ਕਿਉਂਕਿ ਪੰਜਾਬ ਨੂੰ ਅਕਸਰ ਸੰਘਰਸ਼ਾਂ ਦੀ ਰਣ ਭੂਮੀ ਵੀ ਕਿਹਾ ਜਾ ਸਕਦਾ ਹੈ। ਪੰਜਾਬ ਦੇ ਵਿੱਚੋਂ ਹਰ ਇੱਕ ਸੰਘਰਸ਼ ਉੱਠਦਾ ਹੈ। ਪੰਜਾਬ ਨੇ ਹਰ ਇੱਕ ਸੰਘਰਸ਼, ਚਾਹੇ ਉਹ ਰਾਜਨੀਤਿਕ ਹੈ ਚਾਹੇ ਉਹ ਧਾਰਮਿਕ ਹੈ, ਉਹਦੇ ਵਿੱਚ ਮੋਢੀ ਰੋਲ ਜਿਹੜਾ ਹੈਗਾ ਅਦਾ ਕੀਤਾ ਹੈ। ਔਰ ਇਸ ਵੇਲੇ ਜਿਹੜਾ ਵਰਤਮਾਨ ਸਥਿਤੀ ਹੈ ਉਹ ਕਿਸਾਨੀ ਘੋਲ ਚੱਲ ਰਿਹਾ ਔਰ ਕਿਸਾਨੀ ਘੋਲ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਰੋਲ ਹੈ ਉਹ ਕਾਫੀ ਅਹਿਮ ਹੈ। ਪੰਜਾਬ ਦੇ ਸਦਕਾ ਹੀ ਅੱਜ ਜਿਹੜਾ ਸੰਘਰਸ਼ ਹੈ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਮਗਦਾ ਪਿਆ ਹੈ। ਔਰ ਇਹ ਜਿਹੜਾ ਸੰਘਰਸ਼ ਹੁਣ ਇਸ ਵੇਲੇ ਬਿਰਤਾਂਤ ਪੂਰਾ ਵਾਪਰਿਆ ਜਾ ਚੁੱਕਿਆ ਹੈ। 26 ਦਾ ਘਟਨਾਕ੍ਰਮ ਹੋਇਆ, ਉਸ ਤੋਂ ਬਾਅਦ ਜਿਸ ਤਰੀਕੇ ਦੀ ਰਣਨੀਤੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਲੀਕੀ ਗਈ ਹੈ ਜਾਂ ਜਿਸ ਤਰੀਕੇ ਦੇ ਵਖਰੇਵੇਂ ਪੈਦਾ ਹੋਏ ਨੇ, ਹੁਣ ਇਹਦੇ ਵਿੱਚੋਂ ਸੰਘਰਸ਼ ਦੇ ਲਈ ਕੀ ਨਿਕਲੂਗਾ ਜਾਂ ਪੰਜਾਬ ਦੇ ਲਈ ਕੀ ਨਿਕਲੂਗਾ, ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਉਦੋਕੇ ਸਾਹਿਬ, ਸਭ ਤੋਂ ਪਹਿਲਾਂ ਤਾਂ ਧੰਨਵਾਦ, ਤੁਸੀਂ ਸਮਾਂ ਦਿੱਤਾ। ਮਿਹਰਬਾਨੀ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ
ਇਸ ਵੇਲੇ ਔਰ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ, ਇਹਨਾਂ ਨੂੰ ਦੋਨਾਂ ਨੂੰ ਜਦੋਂ ਮੁਲਾਂਕਣ ਕਰਕੇ ਦੇਖੋਗੇ ਤਾਂ ਸਥਿਤੀ ਦੇ ਅਨੁਸਾਰ ਤੁਹਾਨੂੰ ਕੀ ਨਜ਼ਰ ਆ ਰਿਹਾ, ਕੀ ਵਖਰੇਵਾਂ ਨਜ਼ਰ ਆ ਰਿਹਾ ਸੰਘਰਸ਼ ਦੇ ਵਿੱਚ? ਵੇਖੋ, ਪਹਿਲੀ ਗੱਲ ਤਾਂ ਬੜੀ ਅਹਿਮ ਹੈ ਕਿ ਜਿਹੜੀ ਪ੍ਰਾਇਮਰੀ ਫੇਸ ਸੀ, ਜਿਹੜਾ ਸੰਘਰਸ਼ ਦਾ ਜਿਹੜਾ ਆਰੰਭਲਾ ਸਮਾਂ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਸਮੁੱਚੀਆਂ ਧਿਰਾਂ, ਚਾਹੇ ਉਹ ਕਿਸਾਨ ਜਥੇਬੰਦੀਆਂ ਸੀ, ਚਾਹੇ ਉਹ ਅਦਾਕਾਰ ਸੀ, ਚਾਹੇ ਉਹ ਗਾਇਕ ਸੀ, ਚਾਹੇ ਉਹ ਸਿੱਖ ਸਕਾਲਰ ਸੀ, ਸਿੱਖ ਸਮਾਜ ਸੇਵੀ ਸੰਸਥਾਵਾਂ ਸੀ, ਸਾਰੀਆਂ ਧਿਰਾਂ ਨੇ ਇਹਨੂੰ ਇੰਨੇ ਇੱਕ ਵੱਡੇ ਜਨਤਕ ਮਾਹੌਲ ਦੇ ਵਿੱਚ ਇੱਕ ਵੱਡੇ ਸੰਘਰਸ਼ ਦੇ ਰੂਪ 'ਚ ਸਿਰਜਿਆ ਕਿ ਉਹ ਇੱਕ ਬਹੁਤ ਵੱਡਾ ਹੰਗਾਰਾ ਸੀ ਕਿ ਉਹ ਜਿਹੜਾ ਸੰਘਰਸ਼ ਸੀਗਾ ਉਹ ਪੰਜਾਬ ਤੋਂ ਟੱਪ ਕੇ ਦਿੱਲੀ ਦੀਆਂ ਬੂਹਾਂ ਦੇ ਉੱਪਰ ਜਾ ਪਹੁੰਚਿਆ। ਉਹਦੇ ਤੋਂ ਬਾਅਦ ਜਿਹੜੀ ਉਹਦੀ ਤੁਸੀਂ ਕਹਿ ਸਕਦੇ ਹੋ ਕਿ ਸਟਰਗਲਫੁਲ ਸਪਿਰਿਟ ਸੀ ਉਸ ਸੰਘਰਸ਼ ਦੀ, ਉਹ ਇੰਨੀ ਜ਼ਿਆਦਾ ਉੱਚ ਪੱਧਰ ਦੀ ਸੀ ਕਿ ਜਿਹਦੇ ਵਿੱਚ ਹਰ ਵਿਅਕਤੀ ਮੇਰੇ ਖਿਆਲ ਦੇ ਨਾਲ ਆਪਣੇ ਵਿੱਤ ਤੋਂ ਵੱਧ ਯੋਗਦਾਨ ਪਾਉਣ ਦੇ ਵਾਸਤੇ ਤਿਆਰ ਸੀ। ਚਾਹੇ ਉੱਥੇ ਜਾਨਾਂ ਜਾ ਰਹੀਆਂ ਸੀ, ਚਾਹੇ ਉੱਥੇ ਮਾਲੀ ਨੁਕਸਾਨ ਹੋ ਰਿਹਾ ਸੀ, ਚਾਹੇ ਜਾਨੀ ਨੁਕਸਾਨ ਹੋ ਰਿਹਾ ਸੀ, ਪਰ ਲੋਕ ਇੰਜ ਸੋਚ ਕੇ ਚੱਲ ਰਹੇ ਸੀ ਕਿ ਅਸੀਂ ਇਹਨਾਂ ਕਾਨੂੰਨਾਂ ਦੇ ਪ੍ਰਤੀ ਇੱਕ ਆਰ-ਪਾਰ ਦੀ ਲੜਾਈ ਲੜ ਰਹੇ ਹਾਂ। 26 ਜਨਵਰੀ ਤੋਂ ਪਹਿਲਾਂ ਤੱਕ, ਜਦੋਂ ਤੱਕ 22 ਤਰੀਕ ਤੱਕ ਸਰਕਾਰ ਦੇ ਵੱਲੋਂ ਪ੍ਰਪੋਜ਼ਲਸ ਆਉਂਦੀਆਂ ਨੇ ਜਾਂ ਫਿਰ ਉਸ ਤੋਂ ਬਾਅਦ ਵਾਰਤਾਲਾਪ ਦੇ ਰਾਹ ਖੋਲ੍ਹਦੇ ਨੇ, ਮੀਟਿੰਗਸ ਹੁੰਦੀਆਂ ਨੇ, ਇੰਜ ਲੱਗਦਾ ਹੈ, ਮਤਲਬ ਕਿ ਮੈਂ ਨਹੀਂ ਕਹਿ ਰਿਹਾ ਕਿਉਂਕਿ ਇਹ ਸਾਰਿਆਂ ਨੂੰ ਸੋਚਣ ਵਾਸਤੇ ਮਜਬੂਰ ਹੁੰਦਾ ਹੈ ਕਿ 26 ਜਨਵਰੀ ਤੋਂ ਪਹਿਲਾਂ ਸਰਕਾਰ ਦੇ ਉੱਪਰ ਇੱਕ ਬਹੁਤ ਵੱਡਾ ਦਬਾਅ ਸੀ। ਉਹ ਦਬਾਅ ਇੰਨਾ ਜ਼ਿਆਦਾ ਕਿ ਸਰਕਾਰ ਮਤਲਬ ਕਿ ਇੰਜ ਲੱਗਦਾ ਸੀ ਕਿ ਸਾਰੇ ਸੰਘਰਸ਼ ਦੇ ਕੇ ਝੁਕੀ ਪਈ ਹੈ। 26 ਤੋਂ ਬਾਅਦ ਇੱਕ ਤਾਂ ਉਹ ਜਿਹੜਾ ਦਬਾਅ ਉਹ ਘਟਿਆ ਨਜ਼ਰ ਆਇਆ। ਦੂਸਰੀ ਗੱਲ, ਜਦੋਂ ਇਵੇਂ ਦੇ ਸੰਘਰਸ਼ ਚੱਲਦੇ ਨੇ, ਮਿਸਾਲ ਦੇ ਤੌਰ 'ਤੇ ਅਸੀਂ ਸਾਕਾ ਨਨਕਾਣਾ ਸਾਹਿਬ ਦਾ 100 ਸਾਲਾ ਮਨਾ ਰਹੇ, ਉਹ 'ਚ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਜਿਸ ਵੇਲੇ ਲਛਮਣ ਸਿੰਘ ਹੁਣੀ ਅਤੇ ਕਰਤਾਰ ਸਿੰਘ ਝੱਬਰ ਹੁਣੀ ਇਹ ਫੈਸਲਾ ਕਰਕੇ ਤੁਰ ਪਏ ਨੇ ਕਿ ਅਸੀਂ ਨਨਕਾਣਾ ਸਾਹਿਬ ਜਾਣਾ ਹੈ ਅਤੇ ਮਹੰਤ ਦੇ ਕੋਲੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਉਣੇ ਆ, ਉਦੋਂ ਸ਼੍ਰੋਮਣੀ ਕਮੇਟੀ ਦਾ ਫੈਸਲਾ ਨਹੀਂ ਸੀ। ਉਦੋਂ ਜਿਹੜੇ ਸ਼੍ਰੋਮਣੀ ਕਮੇਟੀ ਜਾਂ ਉਦੋਂ ਦੇ ਜਿਹੜੇ ਬਜ਼ੁਰਗ ਲੀਡਰਸ਼ਿਪ ਸੀ, ਜਿਨ੍ਹਾਂ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਸਨ, ਮਾਸਟਰ ਤਾਰਾ ਸਿੰਘ ਸਨ, ਸਰ ਮਹਿਤਾਬ ਸਿੰਘ ਸਨ, ਸੰਤ ਤੇਜਾ ਸਿੰਘ ਸਨ, ਇਹਨਾਂ ਸਾਰਿਆਂ ਦੀ ਰਾਏ ਇਹ ਸੀ ਕਿ ਅਸੀਂ ਮਾਰਚ ਦੇ ਪਹਿਲੇ ਹਫ਼ਤੇ ਗੱਲਬਾਤ ਦੇ ਰਾਹੀਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਇੱਕ ਧਿਰ ਨੇ ਅੱਗੇ ਵੱਧ ਕੇ ਜਿਹੜਾ ਸੀਗਾ ਉਹ ਉਸ ਮਹੰਤ ਦੇ ਤਾਣੇ ਬਾਣੇ ਨੂੰ ਲਲਕਾਰ ਦਿੱਤਾ। ਪਰ ਜੇ ਉਹਨੂੰ ਲਲਕਾਰ ਦਿੱਤਾ ਅਤੇ ਉਸ ਤੋਂ ਬਾਅਦ ਸਾਡੀ ਪੰਥਕ ਧਿਰ ਨੂੰ ਡਿਸਾਊਨ ਨਹੀਂ ਕੀਤਾ ਕਿ ਉਹਨੂੰ ਕਹਿ ਦਿੱਤਾ ਵੀ ਨਹੀਂ ਤੁਸੀਂ ਸਾਡੇ ਹੈ ਹੀ ਨਹੀਂ, ਤੁਸੀਂ ਗਦਾਰ ਹੋ, ਤੁਸੀਂ ਸਮਾਜਿਕ ਬਾਈਬਾਟ ਤੁਹਾਡਾ ਕਰ ਦਿੱਤਾ ਜਾਵੇ। ਸੋ ਵੱਡੇ ਸੰਘਰਸ਼ਾਂ ਦੇ ਵਿੱਚ ਇਵੇਂ ਦੀਆਂ ਲਹਿਰਾਂ ਦੇ ਵਿੱਚ ਇਵੇਂ ਦੇ ਵਖਰੇਵੇਂ ਪੈਦਾ ਹੋ ਜਾਂਦੇ ਨੇ, ਪਰ ਉੱਥੇ ਜਿਹੜੀ ਮੂਲ ਧਿਰ ਹੁੰਦੀ ਹੈ ਉਹਨੇ ਇਹ ਵੇਖਣਾ ਹੁੰਦਾ ਹੈ ਕਿ ਮੈਂ ਸਾਰੇ ਨੂੰ ਫਿਰ ਇੱਕ ਵੱਡਾ ਸਮੁੰਦਰ ਬਣ ਕੇ ਬਾਹਰ ਗਈ ਲਹਿਰ ਨੂੰ ਵੀ ਆਪਣੇ ਅੰਦਰ ਲੈ ਕੇ ਆਉਣਾ। ਸੋ ਉਹ ਖੁੰਝਣ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਆਗੂ ਪ੍ਰਣਾਲੀ ਦੇ ਵਿੱਚ ਅਤੇ ਨੌਜਵਾਨਾਂ ਦੇ ਵਿੱਚ ਜਿਹੜੀ ਇੱਕ ਦਰਾਰ ਪੈ ਗਈ, ਉਹਨੇ ਕਿਤੇ ਨਾ ਕਿਤੇ ਸੰਘਰਸ਼ ਨੂੰ ਕਮਜ਼ੋਰ ਕੀਤਾ। ਉਸ ਵੱਡੇ ਕਹਿ ਸਕਦੇ ਹਾਂ ਕਿ ਦਰਾਰ ਦੇ ਵਿੱਚ ਇੱਕ ਬਹੁਤ ਸੋਹਣਾ ਮੈਂ ਕਹਿੰਦਾ ਕਿ ਹੁਣ ਜਿਹੜਾ ਰੋਲ ਫਿਰ ਨੌਜਵਾਨੀ ਨੇ ਅਦਾ ਕੀਤਾ ਹੈ ਕਿ ਬੇਸ਼ੱਕ ਉਹਨਾਂ ਨੇ ਵੱਖਰੇ ਸਮਾਗਮ ਕੀਤੇ ਨੇ, ਇਕੱਤਰਤਾਵਾਂ ਹੋਈਆਂ ਨੇ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜੇਕਰ ਆਗੂ ਪ੍ਰਣਾਲੀ ਇਮਾਨਦਾਰੀ ਦੇ ਨਾਲ ਕਿਸਾਨੀ ਦੇ ਮੁੱਦਿਆਂ ਦੇ ਉੱਪਰ ਟਿਕੀ ਹੋਈ ਹੈ ਤੇ ਅਸੀਂ ਅਜੇ ਵੀ ਸਾਰੇ ਸਾਥ ਦੇਣ ਨੂੰ ਤਿਆਰ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਵੀ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ ਅੰਤ ਤੈਅ ਕਰਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਵਿਜ਼ਨ ਹੈ ਜਿਹੜਾ ਜਥੇਬੰਦੀਆਂ ਨੇ ਦੇਖਣਾ ਸੀ ਜਾਂ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਉਹਨਾਂ ਨੇ ਦੇਖਣਾ ਸੀ, ਉਹਦੇ ਵਿੱਚ ਕੋਈ ਕੁਤਾਹੀ ਹੋਈ ਹੈ? ਅਸੀਂ ਵਿਜ਼ਨ ਆਪਣਾ ਸਹੀ ਤੈਅ ਨਹੀਂ ਕਰ ਪਾਏ, ਤਾਂ ਹੀ ਇਹ ਹੁਣ ਜਾ ਕੇ ਇੱਥੇ ਆ ਕੇ ਵਖਰੇਵੇਂ ਸਾਡੇ ਵਧੇ ਆ ਜਾਂ ਪੈਦਾ ਹੋਏ ਆ। ਮੈਨੂੰ ਲੱਗਦਾ ਹੈ ਕਿ ਕਈ ਵਾਰੀ ਜਦੋਂ ਬਹੁ ਆਗੂ ਪ੍ਰਣਾਲੀ ਹੁੰਦੀ ਹੈ ਨਾ, ਉਹਦੇ ਜਿੱਥੇ ਕੁਝ ਫਾਇਦੇ ਹੁੰਦੇ ਨੇ, ਕੁਝ ਨੁਕਸਾਨ ਵੀ ਹੁੰਦੇ ਨੇ। ਜਦੋਂ ਇੱਕ ਆਗੂ ਹੁੰਦਾ ਉਹਦੇ ਕੋਲ ਡਿਸੀਜ਼ਨ ਮੇਕਿੰਗ ਸਮਰੱਥਾ ਜ਼ਿਆਦਾ ਹੁੰਦੀ ਹੈ। ਜਦੋਂ ਬਹੁਤ ਜ਼ਿਆਦਾ ਧਿਰਾਂ ਸੀ ਨਾ, ਇਹਦੇ ਵਿੱਚ ਆਸਤਿਕ, ਨਾਸਤਿਕ, ਮਾਓਇਸਟ, ਲੈਫਟਿਸਟ, ਖੱਬੇ ਪੱਖੀ, ਸੱਜੇ ਪੱਖੀ, ਸਾਰੀਆਂ ਧਿਰਾਂ ਦੀ ਸ਼ਮੂਲੀਅਤ ਸੀ। ਸੋ ਉਹਦੇ ਕਰਕੇ ਕੀ ਹੋਇਆ ਕਿ ਅਜੇ ਤੱਕ ਵੀ ਤੁਸੀਂ ਵੇਖੋ ਤੇ ਬਿਆਨਾਂ ਦਾ ਵਿਰੋਧਾ ਭਾਵ ਕਿਉਂ ਪੈਦਾ ਹੁੰਦਾ ਹੈ? ਉਹ ਇਸੇ ਕਰਕੇ ਪੈਦਾ ਹੁੰਦਾ ਹੈ ਕਿ ਅਜੇ ਤੱਕ ਜਿਹੜੀ ਉਹ ਸਾਰੀ ਕਹਿ ਸਕਦੇ ਹੋ ਕਿ ਜਿਹੜੀ ਟੀਮ ਹੈ ਕਿਸਾਨ ਆਗੂਆਂ ਦੀ, ਉਹ ਇਸ ਪੱਧਰ ਦੇ ਉੱਪਰ ਤੇ ਬੜੀ ਤਿਆਰ ਆ ਵੀ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਵਾਪਸ ਨਹੀਂ ਮੁੜਨਾ। ਜਾਂ ਫਿਰ ਉਹਨਾਂ ਨੇ ਜਿਹੜੀ ਸੈਕਿੰਡ ਲਾਸਟ ਮੀਟਿੰਗ ਤੋਂ ਪਹਿਲਾਂ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀਗੀ ਐਲਾਨੀਆ ਤੌਰ 'ਤੇ, ਜਾਂ ਜਿੱਤਾਂਗੇ ਜਾਂ ਮਰਾਂਗੇ। ਸੋ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ ਕਿ ਤੁਹਾਡੀ ਹੁਣ ਜਿਹੜੀ ਜ਼ਮੀਨਾਂ ਦੀ ਜੰਗ ਸੀ ਉਹ ਤੁਹਾਡੀ ਜ਼ਮੀਰ ਦੇ ਉੱਪਰ ਆ ਗਈ ਹੈ। ਪਰ ਉਹਦੇ ਵਿੱਚ ਜਿਹੜੀਆਂ ਰਣਨੀਤੀਆਂ ਵੱਖ-ਵੱਖ ਅਪਣਾਈਆਂ ਜਾਂਦੀਆਂ ਨੇ ਉਹ ਸੰਘਰਸ਼ ਨੂੰ ਕਮਜ਼ੋਰ ਕਰ ਦਿੰਦੀਆਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਇਹ ਜਿਹੜਾ ਵਖਰੇਵਾਂ ਹੈ, ਵੇਖੋ ਅਸੀਂ ਕਹਿ ਦਈਏ ਅਸੀਂ ਇਕੱਠੇ ਹਾਂ, ਪਰ ਜਦੋਂ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ, ਸਾਡੇ ਪ੍ਰੋਗਰਾਮਾਂ ਦੇ ਵਿੱਚ, ਪ੍ਰੋਗਰਾਮ ਦੀ ਸ਼ਮੂਲੀਅਤ ਦੇ ਵਿੱਚ ਸਾਡੀ ਵੱਖਰਤਾ ਸਾਹਮਣੇ ਆਉਂਦੀ ਤੇ ਓਬਵੀਅਸਲੀ ਲੋਕਾਂ ਨੂੰ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਵਿੱਚ ਕੋਈ ਗੜਬੜ ਚੱਲ ਰਹੀ ਹੈ। ਜਦੋਂ ਇੱਕ ਆਪਣੇ ਹਰਿਆਣਾ ਕਿਸਾਨ ਯੂਨੀਅਨ ਦੇ ਸਰਦਾਰ ਗੁਰਨਾਮ ਸਿੰਘ ਹੁਣਾਂ ਨੇ ਜਿਸ ਵੇਲੇ ਇੱਕ ਸੰਸਦ, ਜਨ ਸੰਸਦ ਬੁਲਾ ਕੇ ਤੇ ਕੁਛ ਰਾਜਨੀਤਿਕ ਧਿਰਾਂ ਦੇ ਵਿਰੋਧੀ ਧਿਰ ਜਿਹੜੀਆਂ ਸੀ ਬੀਜੇਪੀ ਦੀਆਂ, ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਤੇ ਤੁਹਾਨੂੰ ਪਤਾ ਸੀ ਸੰਯੁਕਤ ਮੋਰਚੇ ਦੇ ਵਿੱਚ ਇੱਕ ਤੂਫਾਨ ਮਚ ਗਿਆ ਸੀਗਾ ਕਿ ਗੁਰਨਾਮ ਸਿੰਘ
ਸਿੰਘ ਨੂੰ ਸੰਯੁਕਤ ਮੋਰਚੇ ਤੋਂ ਬਾਹਰ ਕਰ ਦਿੱਤਾ ਜਾਵੇਗਾ, ਹੈ ਨਾ, ਕਰ ਵੀ ਦਿੱਤਾ ਗਿਆ, ਦੂਜੇ ਦਿਨ ਫਿਰ ਦਬਾਅ ਪਿਆ, ਫਿਰ ਲਿਆ ਵੀ ਗਿਆ। ਹੁਣ ਉਦੋਂ ਤੱਕ ਸੀਗਾ ਕਿ ਇਸ ਸੰਘਰਸ਼ ਦੇ ਪ੍ਰਤੀ ਜਿਹੜੀ ਸੀ ਪੋਲੀਟੀਕਲ ਬਿਲਕੁਲ ਅਨਟੱਚੇਬਿਲਟੀ ਬਣਾ ਕੇ ਰੱਖੀ, ਜੇਕਰ ਰਾਜਨੀਤਿਕ ਬੰਦਾ ਤਾਂ ਸ਼ਾਮਲ ਹੋ ਹੀ ਨਹੀਂ ਸਕਦਾ। ਹੁਣ ਉਹੀ ਧਿਰ ਜਦੋਂ ਆ ਉਹ ਬੰਗਾਲ ਦੇ ਵਿੱਚ ਜਾ ਕੇ ਰਾਜਨੀਤਿਕ ਧਿਰਾਂ ਦੇ ਨਾਲ ਖੜੀ ਹੈ, ਤਾਂ ਕਿਤੇ ਨਾ ਕਿਤੇ ਫਿਰ ਜਦੋਂ ਇਵੇਂ ਦੇ ਵਰਤਾਰੇ ਵਾਪਰਦੇ ਆ, ਲੋਕਾਂ ਦੀ ਮਾਨਸਿਕ ਸੱਤਾ ਦੇ ਵਿੱਚ ਖੰਡਾਅ ਪੈਦਾ ਹੋ ਜਾਂਦਾ ਹੈ ਕਿ ਸਾਡਾ ਨਿਸ਼ਾਨਾ ਕੀ ਸੀ, ਜਾਂ ਕੀ ਜਿਹੜਾ ਸਾਡਾ ਨਿਸ਼ਾਨਾ ਸੀ ਉਹਦੇ ਪ੍ਰਤੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ, ਜਾਂ ਫਿਰ ਹੁਣ ਕਾਰਨ ਕੀ ਹੈ ਕਿ ਦਬਾਅ ਕਿਉਂ ਘਟਿਆ, ਸਰਕਾਰ ਦੇ ਵੱਲੋਂ ਕੋਈ ਪ੍ਰਪੋਜ਼ਲ ਨਹੀਂ ਆ ਰਹੀ। ਸੋ ਇਹ ਜਿਹੜੇ ਸਵਾਲ ਨੇ ਇਹ ਤਾਂ ਸਾਰੀ ਲੀਡਰਸ਼ਿਪ ਨੂੰ ਸਾਰੇ ਲੋਕ ਕਰਦੇ ਨੇ। ਹੁਣ ਜਦੋਂ ਆਪਾਂ ਵੇਖਦੇ ਹਾਂ, ਜਦੋਂ 26 ਦਾ ਘਟਨਾਕ੍ਰਮ ਹੋਇਆ ਹੈ, ਬੇਸ਼ੱਕ ਦੀ ਮਤਭੇਦ ਪਹਿਲਾਂ ਵੀ ਸੀਗੇ, ਲੁਕਵੇਂ ਤੌਰ ਦੇ ਉੱਤੇ ਸੀ, ਔਰ 26 ਤੋਂ ਬਾਅਦ ਬੜੇ ਖੁੱਲ੍ਹ ਕੇ ਸਾਹਮਣੇ ਆਏ, ਸਟੇਜਾਂ ਦੇ ਉੱਤੋਂ ਬੋਲਿਆ ਗਿਆ, ਲੱਖਾ ਸਿਧਾਣਾ ਦੇ ਬਾਰੇ, ਤੁਹਾਡੇ ਬਾਰੇ ਵੀ ਕਈ ਗੱਲਾਂ ਬਾਤਾਂ ਚੱਲੀਆਂ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜਾ ਅੱਗੇ ਭਵਿੱਖ ਹੈ, ਭਵਿੱਖ ਦੇ ਵਿੱਚ ਕੋਈ ਸਾਂਝਾ ਮੰਚ ਤੁਹਾਨੂੰ ਨਜ਼ਰ ਆ ਰਿਹਾ ਕਿਸੇ ਪਾਸੇ ਇਸ ਸੰਘਰਸ਼ ਦੇ ਪ੍ਰਤੀ, ਸਾਰੀਆਂ ਜਥੇਬੰਦੀਆਂ ਜਾਂ ਜਿਹੜੇ ਨੌਜਵਾਨ ਹੁਣ ਵੱਖਰੇ ਹੋ ਕੇ ਚੱਲੇ ਆ ਉਹਨਾਂ ਦਾ? ਵੇਖੋ, ਮੈਂ ਕੱਲ੍ਹ ਵੀ ਵੇਖ ਰਿਹਾ ਸੀਗਾ ਕਿ ਉੱਥੇ ਸਿੰਘੂ ਬਾਰਡਰ ਦੇ ਉੱਪਰ ਵੀ ਜਿਹੜੇ ਨੌਜਵਾਨ SFS ਦੇ ਨਾਲ ਉਹਨਾਂ ਨੂੰ ਵੀ ਗਦਾਰ ਕਿਹਾ ਜਾ ਸੀ, ਰਮਨ ਹੋਣੀ ਜਾਂ ਹਰਮਨ ਹੋਣੀ, ਉਹਨਾਂ ਨੇ ਵੀ ਵੇਖੋ ਇੱਕ ਆਪਣੇ ਆਪ ਨੂੰ ਆਰਗੇਨਾਈਜ਼ਡ ਕਰਕੇ ਨਿਸ਼ਾਨਾ ਇਹੀ ਰੱਖਿਆ ਕਿ ਅਸੀਂ ਕਿਸਾਨ ਸੰਘਰਸ਼ 'ਚ ਜੂਝ ਰਹੀਆਂ ਜਥੇਬੰਦੀਆਂ ਜਿਹੜੀਆਂ ਕਾਨੂੰਨਾਂ ਦੇ ਰੱਦ ਹੋਣ ਤੱਕ ਖੜੀਆਂ ਹੋਣਗੀਆਂ, ਅਸੀਂ ਉਹਨਾਂ ਨੂੰ ਸਾਥ ਦੇਵਾਂਗੇ। ਉਹਦੇ ਤੋਂ ਬਾਅਦ ਦੀਪ ਸਿੱਧੂ ਦੇ ਹੱਕ ਦੇ ਵਿੱਚ ਜਿਹੜੀ ਮਸਤੂਆਣਾ ਵੱਡੀ ਇੱਕ ਇਕੱਤਰਤਾ ਕੀਤੀ ਗਈ, ਉਹਦੇ ਵਿੱਚ ਸਰਜੀਤ ਫੂਲ ਹੋਣਾ ਨੇ ਵੀ ਇਹ ਗੱਲ ਕਹੀ ਕਿ ਬੇਸ਼ੱਕ 40 ਦੇ ਵਿੱਚੋਂ 39 ਜਿਹੜੀਆਂ ਨੇ ਉਹ ਸਸਪੈਂਸ਼ਨ ਦੇ ਉੱਪਰ ਜਾਂ ਅਮੈਂਡਮੈਂਟਸ ਦੇ ਉੱਪਰ ਆ ਜਾਣ, ਪਰ ਅਸੀਂ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ। ਉਹਦੇ ਤੋਂ ਬਾਅਦ ਅੱਗੇ ਹੋਰ ਚੱਲੀਏ ਤੇ ਜਿੰਨੀਆਂ ਵੀ ਪੰਜਾਬ ਦੇ ਵਿੱਚ ਸੰਘਰਸ਼ ਸਹਿਯੋਗ ਜਥੇ ਬਣੇ ਨੇ, ਉਹਨਾਂ ਦਾ ਵੀ ਨਿਸ਼ਾਨਾ ਇੱਕ ਹੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਾਨੂੰਨ ਰੱਦ ਹੋਣ ਤੱਕ ਆਪਣੇ ਆਪ ਨੂੰ ਇਮਾਨਦਾਰੀ ਨਾਲ ਟਿਕਾ ਕੇ ਰੱਖਣ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਆ ਜਾ ਕੇ ਜੇਕਰ ਇਹ ਹੁਣ ਕਿਸਾਨ ਜਥੇਬੰਦੀਆਂ ਇੱਕ ਖੁੱਲ੍ਹਾ ਕਲਾਵਾ ਲੈ ਕੇ ਇਹਨਾਂ ਨੌਜਵਾਨਾਂ ਨੂੰ, ਇਹਨਾਂ ਜਥੇਬੰਦੀਆਂ ਨੂੰ, ਇਹਨਾਂ ਛੋਟੀਆਂ ਵੱਡੀਆਂ ਸੰਸਥਾਵਾਂ ਨੂੰ ਆਪਣੇ ਕਲਾਵੇ 'ਚ ਲੈਂਦੀਆਂ ਨੇ, ਤੇ ਵੇਖੋ ਤਾਕਤ ਹੈ ਜਿਹੜੀ ਉਹ ਨੌਜਵਾਨਾਂ ਦੇ ਕੋਲ ਹੀ ਹੁੰਦੀ। ਹੁਣ ਅਸੀਂ ਨੌਜਵਾਨ ਨਹੀਂ ਹੈਗੇ, ਪਰ ਅਸੀਂ ਕਮ ਸੇ ਕਮ ਨੌਜਵਾਨਾਂ ਨੂੰ ਕੋਸ਼ਿਸ਼ ਤੇ ਕਰਦੇ ਨੇ ਕਿ ਉਹਨਾਂ ਦੀ ਸ਼ਮੂਲੀਅਤ ਹੋਵੇ। ਹਾਲੇ ਤੱਕ ਤੁਹਾਨੂੰ ਸੰਭਾਵਨਾ ਕੋਈ ਨਜ਼ਰ ਆ ਰਹੀ ਹੈ? ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਹੁਣ ਜਿਸ ਤਰ੍ਹਾਂ ਰੁਲਦਾ ਸਿੰਘ ਮਾਨਸਾ ਦੀ ਸਟੇਟਮੈਂਟ ਆ ਗਈ, ਉਹਦੇ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਦੀ ਸਟੇਟਮੈਂਟ ਆ ਗਈ ਕਿ ਨੌਜਵਾਨ ਸਾਡੇ ਆਪਣੇ ਨੇ, ਉਹਦੇ ਤੋਂ ਬਾਅਦ ਸੁਰਜੀਤ ਸਿੰਘ ਫੂਲ ਹੋਣਾ ਦੀ ਇਹ ਗੱਲ ਆਉਣੀ, ਹਰਪਾਲ ਸਿੰਘ ਸੰਘਾ ਜਿਹੜੇ ਨੇ ਉਹਨਾਂ ਦੀ ਸਟੇਟਮੈਂਟ ਆਉਣੀ। ਸੋ ਕਿਤੇ ਨਾ ਕਿਤੇ ਜਥੇਬੰਦੀਆਂ ਨੂੰ ਇਹ ਮਹਿਸੂਸ ਤੇ ਹੋਇਆ ਕਿ ਨੌਜਵਾਨ ਸੰਘਰਸ਼ ਦੀ ਤਾਕਤ ਸੀ, ਔਰ ਇੱਕ ਵੱਡੀ ਤਾਕਤ ਸੀ ਕਿ ਉਹਨਾਂ ਦੇ ਨਾਲ ਜੇ ਸਾਡੇ 'ਚ ਥੋੜ੍ਹੀ ਜਿਹੀ ਵੀ ਤਵਰਕ ਪੈਦਾ ਹੋਏ ਨੇ, ਥੋੜ੍ਹੀ ਜਿਹੀ ਵੀ ਦਰਾੜ ਪੈਦਾ ਹੋਈ ਹੈ, ਤਾਂ ਉਹਦੇ ਨਾਲ ਸੰਘਰਸ਼ ਕਮਜ਼ੋਰ ਹੋਇਆ, ਤੇ ਸੰਘਰਸ਼ ਦੀ ਕਮਜ਼ੋਰੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਅੱਛਾ, ਇੱਕ ਜਦੋਂ ਆਪਾਂ ਦੇਖਦੇ ਹਾਂ ਕਿ ਇੱਕੋ ਮਿੱਟੀ ਦੇ ਜਾਏ ਆ, ਇੱਕੋ ਮਿੱਟੀ ਤੋਂ ਪੈਦਾ ਹੋਏ ਆ, ਫਿਰ ਜਿਹੜੇ ਵਿਚਾਰਕ ਮਤਭੇਦ ਇਸ ਕਦਰ ਤੱਕ ਜਿਹੜਾ ਪ੍ਰਗਟਾਵਾ ਇਸ ਵੇਲੇ ਹੋਇਆ, ਜਿਹੜਾ ਪ੍ਰਗਟਾਵਾ ਆਹ ਥੋੜ੍ਹੇ ਸਾਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ 10-15 ਸਾਲ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ, ਜਿਹਨੂੰ ਆਪਾਂ ਦੋ ਵੱਖੋ ਵੱਖਰੇ ਸਮਾਜ ਆਪਾਂ ਕਹਿ ਲਈਏ। ਇੱਕ ਪਾਸੇ ਜਿਹੜੇ ਸਿੱਖ ਫਿਲਾਸਫੀ ਦੀ ਗੱਲ ਕਰਦੇ ਆ, ਸਿੱਖ ਸਿਧਾਂਤਾਂ ਦੀ ਗੱਲ ਕਰਦੇ ਆ, ਦੂਸਰੇ ਪਾਸੇ ਆਪਾਂ ਕਾਮਰੇਡ ਜਿਨ੍ਹਾਂ ਨੂੰ ਕਹਿ ਦਿੰਦੇ ਆ। ਇਹ ਇੰਨਾ ਉੱਭਰ ਕੇ ਜਿਹੜਾ ਹੁਣ ਸਾਹਮਣੇ ਆ ਰਿਹਾ, ਇਹਦੇ ਕਾਰਨ ਕੀ ਮੰਨਦੇ ਹੋ? ਇਹਦਾ ਕਾਰਨ ਪਹਿਲੀ ਗੱਲ ਤਾਂ ਇਹ ਸੀ ਕਿ ਜਿਹੜੀਆਂ ਮੋਸਟਲੀ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਇੱਕ ਅੰਸ਼ ਜਿਹੜਾ ਸੀ ਲੈਫਟਿਸਟ ਸੀ, ਪਰ ਜਦੋਂ ਵੀ ਸਿੱਖ ਵਿਚਾਰਧਾਰਾ ਨਾਲ ਸੰਬੰਧਿਤ ਸੰਸਥਾਵਾਂ ਨੇ ਲੰਗਰ ਤੋਂ ਲੈ ਕੇ ਸੰਗਤ ਤੋਂ ਲੈ ਕੇ ਸੇਵਾ ਤੱਕ ਜਿੰਨਾ ਵੀ ਸਾਥ ਦਿੱਤਾ, ਮੈਂ ਇੱਕ ਵੀ ਨਹੀਂ ਕਿਤੇ ਵੇਖਿਆ ਕਿ ਇਸ ਤਰ੍ਹਾਂ ਦਾ ਵਿਤਕਰਾ ਹੋਇਆ ਹੋਵੇ ਵੀ ਇਹ ਸਾਡਾ ਕੋਈ ਵਿਚਾਰਧਾਰਕ ਵਿਰੋਧੀ ਹੈ। ਪਰ ਇਹ ਵਿਚਾਰਧਾਰਕ ਟਕਰਾਅ ਜਿਹੜੀ ਸੀ, ਇੱਕ ਤਾਂ ਖਿੱਤਿਆਂ ਦੀਆਂ ਥੋੜ੍ਹੀਆਂ ਲੜਾਈਆਂ ਤੋਂ ਹੋਣ ਦੇ ਵਿੱਚ ਆਏ ਕਿ ਮੰਨ ਲਓ ਤੁਸੀਂ ਮੇਰੇ ਇਲਾਕੇ ਦੇ ਵਿੱਚ ਮੇਰੀ ਤੁਹਾਡੇ ਨਾਲ ਨਹੀਂ ਬਣਦੀ, ਪਰ ਮੈਂ ਤੁਹਾਨੂੰ ਉੱਥੇ ਬਤੌਰ ਲੀਡਰ ਪ੍ਰਵਾਨ ਨਹੀਂ ਕੀਤਾ। ਇਹ ਤਾਂ ਨਿੱਕੀਆਂ ਰੰਜਿਸ਼ਾਂ ਸੀ। ਵੱਡੀਆਂ ਰੰਜਿਸ਼ਾਂ ਉਦੋਂ ਸਾਹਮਣੇ ਆਈਆਂ ਜਦੋਂ ਸਟੇਜ ਦੇ ਉੱਪਰੋਂ ਜਿਹੜਾ ਸੀ ਨਾ, ਉਹ ਸਿੱਖ ਪਰੰਪਰਾਵਾਂ ਦੇ ਖਿਲਾਫ ਜਿਹੜੀ ਸੀ ਉਹ ਗੱਲ ਹੋਣੀ ਸ਼ੁਰੂ ਹੋ ਗਈ ਕਿ ਨਿਹੰਗ ਜਥੇਬੰਦੀਆਂ ਚਲੇ ਜਾਣ, ਨਿਸ਼ਾਨ ਸਾਹਿਬ ਇੱਥੋਂ ਦੂਰ ਲੈ ਜਾਏ ਜਾਣ, ਛਾਉਣੀਆਂ ਚੁੱਕ ਲੀਆਂ ਜਾਣ। ਉਹਦੇ ਤੋਂ ਬਾਅਦ ਹੋਰ ਵੀ ਕਈ ਗੱਲਾਂ ਹੋਈਆਂ ਜਿਹਦੇ ਵਰਕੇ ਲੀਡਰ ਪਹਿਲਾਂ ਕਹਿੰਦੇ ਵੀ ਰਹੇ, ਬਾਅਦ 'ਚ ਮਾਫੀਆਂ ਵੀ ਮੰਗਦੇ ਰਹੇ। ਇਹਦੇ ਨਾਲ ਕੀ ਹੋਇਆ ਕਿ ਇਹ ਜਿਹੜਾ ਖੱਬੇ ਔਰ ਪੱਖੀ ਸੱਜੇ ਧਾਰੇ ਜਿਹੜਾ ਵਿਚਾਰਧਾਰਾ ਦਾ ਟਕਰਾਅ ਸੀ ਉਹ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆਇਆ। ਜੇ ਆਪਾਂ ਇਹ ਸੰਘਰਸ਼ ਨੂੰ ਵੀ ਮਨਫੀ ਕਰ ਦਈਏ ਤਾਂ ਪਹਿਲਾਂ ਦੇ ਇਤਿਹਾਸ ਨੂੰ ਦੇਖੀਏ, 10-15 ਸਾਲ ਦੇ ਇਤਿਹਾਸ ਨੂੰ ਚੁੱਕ ਕੇ ਦੇਖ ਲਓ, ਤਾਂ ਜਦੋਂ ਵੀ ਕਿਤੇ ਪੰਥਕ ਸੰਘਰਸ਼ ਕਈ ਹੋਏ ਨੇ ਪੰਜਾਬ ਦੇ ਅੰਦਰ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਈ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੇ ਸਵਾਲ ਚੁੱਕੇ ਗਏ ਆ ਜਿਹੜੇ ਦੂਸਰੇ ਖੱਬੇ ਪੱਖੀ ਜਿਹੜੀਆਂ ਵਿਚਾਰਧਾਰਾਂ ਦੇ ਨਾਲ ਲਿਪਤ ਨੇ ਲੋਕ, ਉਹ ਥੋੜ੍ਹੇ ਬਹੁਤੇ ਵਿਰੋਧ ਕਰਦੇ ਨੇ। ਕਿਉਂ ਇੰਨਾ ਵਿਖਰੇਵਾਂ 10-15 ਸਾਲਾਂ ਦੇ ਵਿੱਚ ਕਿਉਂ ਇੰਨਾ ਵੱਡੇ ਪੱਧਰ ਦੇ ਉੱਤੇ ਸਾਹਮਣੇ ਦੇਖਣ ਨੂੰ ਮਿਲਿਆ ਸਾਨੂੰ? ਵੇਖੋ, ਜਿਹੜਾ ਖੱਬਾ ਪੱਖ ਆ, ਜਦੋਂ ਅਸੀਂ ਸਮੁੱਚੇ ਨੂੰ ਵਿਰੋਧ 'ਚ ਲੈ ਕੇ ਆਉਂਦੇ ਹਾਂ ਤਾਂ ਇੰਜ ਨਹੀਂ ਹੈਗਾ। ਵੇਖੋ, ਉਹਦੇ ਵਿੱਚ ਵੀ ਕਈ ਵਿਚਾਰਧਾਰਾਵਾਂ ਨੇ, ਕਈ ਵਿਚਾਰਧਾਰਾਵਾਂ ਉਹ ਸੀ ਜਿਹੜੀਆਂ ਨੈਕਸਟ ਸਲਾਈਡ ਦੇ ਵਿੱਚੋਂ ਸਿੱਧੀਆਂ ਸਿੱਖ ਮੂਵਮੈਂਟ 'ਚ ਆਈਆਂ ਨੇ। ਉਹ ਪਹਿਲਾਂ ਨੈਕਸਟ ਸਲਾਈਡ ਮੂਵਮੈਂਟ ਨਾਲ ਜੁੜੇ ਲੋਕ ਸੀ, ਬਾਅਦ ਵਿੱਚ ਸਿੱਖ ਸੰਘਰਸ਼ ਦੇ ਵਿੱਚ ਆਏ, ਸ਼ਹਾਦਤਾਂ ਵੀ ਉਹਨਾਂ 'ਚ ਚੰਗੇ ਵਿਚਾਰਵਾਨ ਵੀ ਪੈਦਾ ਹੋਏ ਨੇ।
ਸੋ ਇਹ ਨਹੀਂ ਕਹਿ ਸਕਦੇ ਕਿ ਕੋਈ ਇਵੇਂ ਦਾ ਡੈਡਲੌਕ ਸੀਗਾ ਕਿ ਉਸ ਵਿਚਾਰਧਾਰਾ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਕੋਈ ਆ ਨਹੀਂ ਸਕਦਾ। ਉਹਨਾਂ ਦੇ ਵਿੱਚੋਂ ਜਿਵੇਂ ਪੀਪਲ ਵਾਰ ਗਰੁੱਪ ਵਾਲੇ ਨੇ ਜਾਂ ਹੋਰ ਵੀ ਕਈ ਸੰਸਥਾਵਾਂ ਨੇ ਜਿਨ੍ਹਾਂ ਨੇ ਇਹ ਗੱਲ ਕਿਹਾ ਕਿ ਬੇਸ਼ੱਕ ਸਿੱਖਾਂ ਦੇ ਨਾਲ ਸਾਡੇ ਵਿਚਾਰਧਾਰਕ ਮਤਭੇਦ ਹੋ ਰਹੇ ਨੇ, ਪਰ ਜੇਕਰ ਸਟੇਟ ਦੇ ਖਿਲਾਫ ਕੋਈ ਧਿਰ ਸਟਰਗਲ ਕਰ ਰਹੀ ਹੈ ਤਾਂ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹੈਗੇ। ਪਰ ਇੱਕ ਧਿਰ ਸੀ ਜਿਹੜੀ ਪ੍ਰੋ ਸਟੇਟ ਸੀ, ਉਹ ਸਟੇਟ ਨਾਲ ਜਿਹੜੀ ਰਲੀ ਹੋਈ ਧਿਰ ਸੀ, ਜਿਨਨੇ ਕਿ ਤੁਸੀਂ ਉਸ ਵੇਲੇ ਦੇ ਜਿੰਨੇ ਵੀ ਤਵਾਰੀਖੀ ਡਾਕੂਮੈਂਟ ਜਿਹੜੇ ਨੇ ਸਿੱਖ ਸਟਰਗਲ ਦੇ ਪੜ੍ਹ ਲਓ, ਤੇ ਉਹਨਾਂ ਨੇ ਬਿਲਕੁਲ ਸਰਕਾਰ ਦੇ ਨਾਲ ਮਿਲ ਕੇ ਕਾਲੀਆਂ ਬਿੱਲੀਆਂ ਵਾਲੀ ਭੂਮਿਕਾ ਨਿਭਾਈ ਤੇ ਸਿੱਖ ਨੌਜਵਾਨੀ ਦਾ ਵੱਧ ਤੋਂ ਵੱਧ ਕਤਲ ਕਰਾਇਆ, ਜਿਹਦੇ ਕਰਕੇ ਉਹ ਜਿਹੜੇ ਸੀਗੇ ਵਖਰੇਵੇਂ ਉਹ ਵੱਧਦੇ ਗਏ, ਜਿਹੜੇ ਅੱਜ ਸਾਨੂੰ ਜ਼ਿਆਦਾ ਨਜ਼ਰ ਆ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਅਸੀਂ ਦੇਖਦੇ ਹਾਂ, ਜਦੋਂ ਅਸੀਂ ਵੀ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਬੰਦੇ ਕੰਮ ਕਰਦੇ ਆ, ਜਿਹੜੇ ਕਿਸੇ ਨਾ ਕਿਸੇ ਪਾਰਟੀ ਦੇ ਵਿੱਚ ਥਰੜੇ ਕੇਡਰ ਤੱਕ ਕੰਮ ਕਰ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਮੋਦੀ ਬੇਵਕੂਫ ਹੋ ਸਕਦਾ ਹੈ ਪਰ ਸਰਕਾਰ ਬੇਵਕੂਫ ਨਹੀਂ ਹੈਗੀ। ਤੁਹਾਨੂੰ ਕੀ ਲੱਗਦਾ ਹੈ ਵੀ ਉਹਨਾਂ ਦੇ ਕਥਨ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਜਿਹੜੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲਬਾਤ ਹੈ ਜਾਂ ਖੇਤੀ ਕਾਨੂੰਨ ਨੂੰ ਨਾ ਰੱਦ ਕਰਨ ਦੀ ਗੱਲਬਾਤ ਹੈ, ਉਹਦੇ ਉੱਤੇ ਸਰਕਾਰ ਸਿਰਫ ਆਪਣਾ ਪੱਤਾ ਖੇਡ ਰਹੀ ਹੈ, ਅਸਲੀ ਮਨਸ਼ਾ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਹੋਰ ਹੈ, ਉਹਦੀ ਰਣਨੀਤੀ ਜਿਹੜੀ ਹੋਰ ਹੈ, ਇਹ ਕਿਸੇ ਵੇਲੇ ਵੀ ਹੁਣ ਅੱਜ ਆਪਾਂ ਕਹੀਏ ਕਿ ਅੱਜ ਕਾਨੂੰਨ ਵਾਪਸ ਲੈ ਲੈਂਦੀ ਹੈ ਸਰਕਾਰ, ਉਹ ਕਹਿੰਦੇ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਉਹਦੇ ਲਈ। ਵੇਖੋ ਪਹਿਲੀ ਗੱਲ ਤਾਂ ਕਿ ਇਹ ਸੱਚਮੁੱਚ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ, ਇਹ ਚਿਹਰਾ ਹੁੰਦਾ ਦੇਸ਼ ਨੂੰ ਬਹੁਤ ਵੱਡੇ ਰੂਪ 'ਚ ਬਿਊਰੋਕ੍ਰੇਸੀ ਚਲਾ ਰਹੀ ਹੁੰਦੀ ਹੈ। ਉਹ ਬਿਊਰੋਕ੍ਰੇਸੀ ਦੇ ਏਜੰਸੀਆਂ ਵੀ ਹੁੰਦੀਆਂ, ਐਡਮਿਨਿਸਟ੍ਰੇਸ਼ਨਸ ਵੀ ਹੁੰਦੀਆਂ, ਸਿਵਲ ਅਧਿਕਾਰੀ ਵੀ ਹੁੰਦੇ ਨੇ, ਪੁਲਿਸ ਅਧਿਕਾਰੀ ਵੀ ਹੁੰਦੇ ਨੇ, ਕਿ ਆ ਜਾ ਕੇ ਇੱਕ ਬਿਊਰੋਕਰੇਟਸ ਦਾ ਸਟਰਕਚਰ ਜਿਹੜਾ ਹੁੰਦਾ ਉਹ ਦੇਸ਼ ਨੂੰ ਚਲਾ ਰਿਹਾ ਹੁੰਦਾ। ਹੁਣ ਚੱਕਰ ਇਹ ਹੈ ਕਿ ਇਸ ਵਾਲੀ ਪ੍ਰੋਬਲਮ ਇਹ ਹੈ ਕਿ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਪਲੱਸ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ, ਜਿਸ ਤਰ੍ਹਾਂ ਦੇ ਨਾਲ ਉਹ ਵਰਤਾਅ ਕਰ ਰਹੇ ਨੇ ਜਾਂ ਜਿਹੜੇ ਉਹਨਾਂ ਦੇ ਮਨਸ਼ੇ ਨੇ, ਉਹ ਚਾਹੇ ਇਹ ਤਿੰਨੇ ਕਾਨੂੰਨ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪਹਿਲੇ ਦੀ ਜਿਹੜੀ ਕਮਰਸ ਐਂਡ ਟ੍ਰੇਡ ਦੀ ਗੱਲ ਕਰ ਰਹੀਏ, ਅਸੀਂ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰ ਲਈਏ, ਜਾਂ ਫਿਰ ਅਸੀਂ ਕੰਟਰੈਕਟ ਫਾਰਮਿੰਗ ਦੀ ਗੱਲ ਕਰ ਲਈਏ, ਇਹਨਾਂ ਤਿੰਨਾਂ ਕਾਨੂੰਨਾਂ ਦੀ ਜਦੋਂ ਅਸੀਂ ਡੂੰਘਾਈ ਦੇ ਵਿੱਚ ਜਾਂਦੇ ਤਾਂ ਸਾਨੂੰ ਇੰਜ ਲੱਗਦਾ ਕਿ ਮੂਲ ਰੂਪ ਦੇ ਵਿੱਚ ਜਿਹੜਾ ਜਰਾਇਤੀ ਖੇਤਰ ਦੇ ਨਾਲ ਜੁੜਿਆ ਹੋਇਆ ਕਿਸਾਨ ਹੈ ਉਹਨੂੰ ਠੱਗਿਆ ਜਾ ਰਿਹਾ। ਸੋ ਉਹਦੇ ਕਰਕੇ ਇੰਜ ਲੱਗਦਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਜਿਹੜੀ ਛੋਟੀ ਕਿਸਾਨੀ ਉਹਨੂੰ ਖਤਮ ਕੀਤਾ ਜਾ ਰਿਹਾ। ਸੋ ਗੱਲ ਤਾਂ ਸਿਰਫ ਇੰਨੀ ਹੈ। ਹੁਣ ਉਹਦੇ ਪਿੱਛੇ ਉਹਨਾਂ ਦਾ ਜੇ ਮੈਂ ਸੋਚਦਾ ਕਿ ਰਾਜਨੀਤਿਕ ਪੱਖ ਹੋਵੇ ਤਾਂ ਮੈਨੂੰ ਇੰਜ ਲੱਗਦਾ ਹੈ ਕਿ ਜੇ ਤਾਂ ਮੈਂ ਸਪਸ਼ਟ ਕਹਾਂ ਕਿ ਜੇ ਤਾਂ ਵੋਟਾਂ ਦੀ ਰਾਜਨੀਤੀ EVM ਆਧਾਰਿਤ ਰਹੇਗੀ ਤੇ ਫਿਰ ਇਸ ਦੇਸ਼ ਦੇ ਵਿੱਚ ਆਉਣ ਵਾਲੀ ਕਿਸੇ ਵੀ ਰਾਜਨੀਤਿਕ ਸੱਤਾ ਨੂੰ ਇੱਕ ਤਾਂ ਧਰਮ ਦਾ ਪੱਤਾ ਖੇਡਣਾ ਪੈਣਾ, ਇੱਕ ਪੈਸੇ ਦਾ ਪੱਤਾ ਖੇਡਣਾ ਪੈਣਾ। ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਤਾਂ ਇਸ ਵੇਲੇ ਜਿਹੜੀ BJP ਗਵਰਨਮੈਂਟ ਹੈ ਉਹ ਦੋਵੇਂ ਪੱਤੇ ਖੇਡ ਰਹੀ ਹੈ। ਉਹ ਬ੍ਰਹਮਨਿਸਟਿਕ ਨੈਸ਼ਨਲਿਜ਼ਮ ਦੀ ਗੱਲ ਵੀ ਕਰਦੀ ਹੈ ਤੇ ਉਹਦੇ ਨਾਲ ਉਹ ਜਿਹੜਾ ਉਹ EVM ਦੀ ਗੱਲ ਵੀ ਕਰਦੇ ਨੇ। ਸੋ ਓਬਵੀਅਸਲੀ ਜੇ ਤੁਸੀਂ ਪੈਸੇ ਦੇ ਨਾਲ, ਨੋਟ ਦੇ ਨਾਲ ਵੋਟ ਨੂੰ ਖਰੀਦਣ ਦੀ ਗੱਲ ਕਰਨੀ ਹੈ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਘਰਾਣੇ ਜਿਹੜੇ ਆਪਣੇ ਹੱਥਾਂ 'ਚ ਰੱਖਣੇ ਪੈਣਗੇ ਜਿਨ੍ਹਾਂ ਘਰਾਣਿਆਂ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਵੋਟਾਂ 'ਚ ਫੰਡ ਲਿਆ ਜਾ ਸਕਦਾ। ਸੋ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਕੁਝ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਤੁਸੀਂ ਪਿਛਲੇ 5, 7, 8, 10 ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਗਰੋਥ ਹੈ ਉਹਨੂੰ ਵੇਖੋ ਕਿ ਕਿੰਨੇ ਮਿਲੀਅਨ ਡਾਲਰ ਜਿਹੜੀ ਆ ਵਧੀ ਹੈ। ਸੋ ਇਸ ਤਰ੍ਹਾਂ ਕੁਝ ਘਰਾਣਿਆਂ ਨੂੰ ਫਾਇਦਾ ਦੇਣ ਦੇ ਵਾਸਤੇ ਕੁਛ ਜਿਹੜੇ ਆਮ ਲੋਕ ਸੀ ਉਹਨਾਂ ਦਾ ਲਹੂ ਪੀਤਾ ਜਾ ਰਿਹਾ। ਤੇ ਹੁਣ ਜਦੋਂ ਵੀ ਦੇਖਦੇ ਹਾਂ ਆਪਾਂ ਦੇਖਦੇ ਹਾਂ ਕਿ ਵਿਰੋਧ ਹੋ ਰਿਹਾ ਇੱਕ ਪਾਸੇ ਮੋਦੀ ਸਰਕਾਰ ਦਾ, ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਵਰਗ ਵਿਰੋਧ ਕਰ ਰਹੇ ਆ, ਪਰ ਜਦੋਂ ਕਿਤੇ ਧਰਮ ਦੀ ਗੱਲਬਾਤ ਆਉਂਦੀ ਹੈ ਉਦੋਂ ਜਿਹੜਾ ਇੱਕ ਵਰਗ ਹੈ ਜਿਹਨੂੰ ਹਿੰਦੂ ਵਰਗ ਆਪਾਂ ਕਹਿ ਦਿੰਦੇ ਹਾਂ ਜਾਂ ਇੱਕ ਕੱਟੜਵਾਦ ਦੇ ਨਾਲ ਸੰਬੰਧਿਤ ਹੈ ਤੇ ਉਹ ਇੱਕ ਪਾਸੇ ਖੜਾ ਹੋ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਵੀ ਸਾਨੂੰ ਹੁਣ ਸੋਚਣਾ ਪਊਗਾ ਕਿ ਪੰਜਾਬ ਦੀ ਰਾਜਨੀਤੀ ਨੂੰ ਕਿਤੇ ਨਾ ਕਿਤੇ ਸਰਵਾਈਵ ਕੀਤਾ ਜਾਵੇ, ਪੰਜਾਬ ਦੀ ਰਾਜਨੀਤੀ ਨੂੰ ਇੱਥੋਂ ਚੁੱਕ ਕੇ ਦਿੱਲੀ ਤੱਕ ਕਿਵੇਂ ਆਪਾਂ ਲਿਜਾ ਸਕਦੇ ਹਾਂ, ਜਾਂ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹਦਾ ਮੁਕਾਬਲਾ, ਦਿੱਲੀ ਦੀ ਰਾਜਨੀਤੀ ਦਾ ਮੁਕਾਬਲਾ ਕਰਨ ਦੀ ਕੋਈ ਯੋਗਤਾ ਹੈਗੀ ਹੈ ਜਾਂ ਸਥਾਨ ਹੈਗਾ, ਜਗ੍ਹਾ ਹੈਗੀ ਹੈ? ਬਿਲਕੁਲ। ਜਿਸ ਤਰ੍ਹਾਂ ਦੇ ਨਾਲ ਸ਼ਹਿਰੀ ਚੋਣਾਂ ਦੇ ਵਿੱਚ BJP ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉੱਥੋਂ ਤਾਂ ਬੜਾ ਸਪਸ਼ਟ ਹੈ ਕਿ ਜੇ ਅਸੀਂ ਸਾਰੇ ਹਿੰਦੂ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ ਕਿ ਹਿੰਦੂ ਪਰਿਵਾਰ ਜਿਹੜੇ ਨੂੰ ਕੇਵਲ ਤੇ ਕੇਵਲ ਮੋਦੀ ਦੇ ਹਿੰਦੂਤਵ ਦੇ ਮੁੱਦੇ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਸਾਰੀ ਹਿੰਦੂ ਵੋਟ ਉੱਧਰ ਨਹੀਂ ਗਈ। ਸੋ ਪਹਿਲੀ ਗੱਲ ਤਾਂ ਇਹ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਜੇਕਰ ਜਿਹੜੀਆਂ ਪੰਜਾਬ ਦੀਆਂ ਜਾਗਰੂਕ ਧਿਰਾਂ ਨੇ ਇਹ ਪੰਜਾਬ ਦੇ ਵਿੱਚ ਇੱਕ ਵਧੀਆ ਮਾਹੌਲ ਪੈਦਾ ਕਰਨ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਇੱਕ ਇਵੇਂ ਦਾ ਮਾਹੌਲ ਸਿਰਜਿਆ ਜਾ ਸਕਦਾ ਕਿ ਅਸੀਂ ਧਰਮਾਂ ਤੋਂ ਉੱਪਰ ਉੱਠ ਕੇ ਪੰਜਾਬੀਅਤ ਦੇ ਮੁੱਦੇ ਦੇ ਉੱਪਰ ਜਿਹੜੀ ਹੈ ਨਾ ਕਿਤੇ ਪੰਜਾਬ ਦੀ ਹੋਂਦ ਦੀ ਗੱਲ, ਖੁਦ ਮੁਖਤਿਆਰੀ ਦੀ ਗੱਲ, ਫੈਡਰਲ ਸਟਰਕਚਰ ਦੀ ਗੱਲ ਜਿਹੜੀ ਆ, ਜਾਂ ਕੇਂਦਰ ਤੇ ਰਾਜਾਂ ਦੇ ਸਬੰਧ ਤੇ ਉਹਨਾਂ ਦੇ ਹੱਕ, ਉਹਨਾਂ ਦੇ ਉੱਪਰ ਜਿਹੜਾ ਇੱਕ ਵਧੀਆ ਮੁਹਾਸ ਜਿਹੜਾ ਸਿਰਜਿਆ ਜਾ ਸਕਦਾ। ਪਰ ਇਹਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪੱਤਾ ਹੈ ਉਹ ਧਰਮ ਦਾ ਖੇਡਿਆ ਜਾਂਦਾ ਹੈ, ਖਾਸ ਕਰਕੇ ਸਟੇਟ ਦੇ ਵੱਲੋਂ ਖੇਡਿਆ ਜਾ ਰਿਹਾ। ਤੇ ਹੁਣ ਮੈਨੂੰ ਇਸ ਵਾਰੀ ਇਹ ਖੁਸ਼ੀ ਜ਼ਰੂਰ ਮਹਿਸੂਸ ਹੋਈ ਕਿ ਬਹੁਤ ਸਾਰੇ ਹਿੰਦੂ ਵੀਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗੀ ਹੈ ਕਿ ਖੇਤੀ ਕਾਨੂੰਨਾਂ ਦੇ ਨਾਲ ਕਿਸਾਨ ਤੇ ਹੋ ਸਕਦਾ ਮਰਦਾ 10 ਸਾਲ ਕੱਢ ਵੀ ਜਾਵੇ, ਪਰ ਜਿਹੜਾ ਛੋਟਾ ਦੁਕਾਨਦਾਰ ਹੈ ਉਹਦਾ ਅੰਤ ਉਹਦੇ ਤੋਂ ਪਹਿਲਾਂ ਯਕੀਨੀ ਹੈ। ਉਹਦੇ ਕਰਕੇ ਉਹਨਾਂ ਨੂੰ ਕਿਤੇ ਮਹਿਸੂਸ ਹੋਇਆ ਕਿ ਸੱਚਮੁੱਚ ਸਾਡੇ ਢਿੱਡ ਦੇ ਵਿੱਚ ਵੀ ਲੱਤ ਵੱਜ ਰਹੀ ਹੈ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਸ਼ਮੂਲੀਅਤ ਵੀ ਵਧੀ ਹੈ। ਵੋਟਰ ਟੁੱਟ ਰਿਹਾ ਤੁਹਾਨੂੰ ਲੱਗਦਾ ਹੈ? ਪੰਜਾਬ ਦੇ ਵਿੱਚ ਤਾਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ ਉਹ ਤੋਂ ਮਹਿਸੂਸ ਹੋਇਆ ਕਿ ਕਿਤੇ ਨਾ ਕਿਤੇ ਉਹ ਸਮਝ ਰਹੇ ਨੇ ਕਿ ਅਸੀਂ ਸਾਰੇ ਹੀ, ਜੇਕਰ ਵੇਖੋ
ਮੈਂ ਕਹਿੰਦਾ ਕਿ ਸਮਾਜ ਦੇ ਵਿੱਚ ਆਰਥਿਕਤਾ ਇੱਕ ਸਭ ਤੋਂ ਵੱਡੀ ਅਹਿਮ ਗੱਲ ਹੁੰਦੀ ਹੈ, ਤੇ ਜਦੋਂ ਬੰਦੇ ਦੀ ਆਰਥਿਕਤਾ ਤੇ ਸੱਟ ਵੱਜਦੀ ਹੈ ਤੇ ਬੰਦਾ ਕਿਤੇ ਨਾ ਕਿਤੇ ਮਹਿਸੂਸ ਕਰਦਾ। ਵੇਖੋ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਵੀਰ ਨੇ ਮੋਸਟਲੀ ਖੇਤੀ ਵਾਲੇ ਤੇ ਘੱਟ ਨੇ, ਦੁਕਾਨਾਂ ਵਾਲੇ ਜ਼ਿਆਦਾ ਨੇ, ਪਰ ਦੁਕਾਨਾਂ ਦਾ ਕਾਰਜ ਵੀ ਤਾਂ ਹੀ ਚੱਲਦਾ, ਸਾਈਕਲ ਤਾਂ ਬਣਦਾ ਜੇਕਰ ਉਹਨਾਂ ਦੇ ਕਸਟਮਰ ਦੇ ਕੋਲ ਪੈਸਾ। ਕਸਟਮਰ ਸਾਰਾ ਪੇਂਡੂ ਆ, ਉਹ ਚਾਹੇ ਮਜ਼ਦੂਰ ਹੈ ਚਾਹੇ ਕਿਰਤੀ ਹੈ, ਸਾਰਾ ਕਿਸਾਨ ਹੈ। ਸੋ ਇਹ ਸਾਰਾ ਹੀ ਇੱਕ ਤੰਤਰ ਜਿਹੜਾ ਉਹਦੇ ਨਾਲ ਹਿਲਦਾ ਹੈ। ਸੋ ਇਸ ਕਰਕੇ ਇਹਦੇ ਉੱਪਰ ਬੜੀ ਗਹਿਰ ਚਿੰਤਨ ਦੀ ਲੋੜ ਉਹਨਾਂ ਵੀਰਾਂ ਨੂੰ ਮੈਂ ਕਹਿੰਦਾ ਕਿ ਦੁਬਾਰਾ ਕਰਨ ਦੀ ਲੋੜ ਹੈ ਕਿ ਉਹਨਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਕਿ ਜਦੋਂ ਆਰਥਿਕ ਤਵਾਜ਼ਨ ਕਿਸੇ ਸਟੇਟ ਦਾ ਹਿੱਲੇਗਾ ਤੇ ਉਹ ਫਿਰ ਸਮੱਸਿਆਵਾਂ ਸਾਰੀਆਂ ਹੀ ਪੈਦਾ ਹੋ ਜਾਂਦੀਆਂ, ਉਹਦੇ ਧਾਰਮਿਕ ਵਖਰੇਵੇਂ, ਫਿਰਕਾ ਪ੍ਰਸਤੀ, ਬੜਾ ਕੁਝ ਪੈਦਾ ਹੋ ਜਾਂਦਾ ਜਦੋਂ ਸਟੇਟ ਆਰਥਿਕ ਤੌਰ ਤੇ ਹਿਲ ਜਾਂਦਾ। ਤੁਸੀਂ ਕੀ ਦੇਖਦੇ ਹੋ ਕਿ ਹੁਣ ਜੇ ਆਪਾਂ ਦੇਖਦੇ ਹਾਂ ਕਿ ਦੋਵੇਂ ਰਸਤੇ ਵੱਖੋ ਵੱਖਰੇ ਹੋ ਗਏ ਆ, ਤਾਂ ਇਹਦੀ ਭਵਿੱਖ ਦੇ ਵਿੱਚ ਕੀ ਹੋਂਦ ਦੇਖਦੇ ਹੋ ਤੁਸੀਂ ਇਸ ਸੰਘਰਸ਼ ਦੇ ਵਿੱਚ? ਰਸਤੇ ਵੱਖੋ ਵੱਖ ਨੌਜਵਾਨੀ ਔਰ ਕਿਸਾਨੀ ਦੇ ਜਿਹੜੇ ਨਹੀਂ, ਇਹਦੇ ਵਿੱਚ ਮੈਂ ਸੋਚਦਾ ਕਿ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ। ਜੇਕਰ ਅਜੇ ਵੀ ਕਿਸਾਨ ਆਗੂ ਪ੍ਰਣਾਲੀ ਤੇ ਨੌਜਵਾਨ ਆਪਸ 'ਚ ਥੋੜ੍ਹੀ ਆਪਣੀ ਕਾਜ਼ ਦੇ ਪ੍ਰਤੀ ਸਮਰਪਿਤ ਹੋ ਜਾਣ, ਜਿਵੇਂ ਦੀਪਤੀ ਕੱਲ੍ਹ ਇੱਕ ਮੈਸੇਜ ਆਇਆ ਸੀਗਾ ਮੀਡੀਆ ਦੇ ਵਿੱਚ ਕਿ ਇਮਾਨਦਾਰੀ ਦੇ ਨਾਲ ਜਿਹੜੇ ਕਿਸਾਨ ਆਗੂ ਪ੍ਰਣਾਲੀ ਆ ਸੰਘਰਸ਼ ਦੇ ਵਿੱਚ ਜੇਕਰ ਉਹ ਸਰਗਰਮ ਰਹਿੰਦੀ ਹੈ ਤਾਂ ਅਸੀਂ ਸਹਿਯੋਗ ਦੇਣ ਨੂੰ ਤਿਆਰ ਹਾਂ। ਸੋ ਸਾਰੇ ਨੌਜਵਾਨ ਜਿਹੜੇ ਸੰਘਰਸ਼ ਨੂੰ ਸਹਿਯੋਗ ਦੇਣ ਨੂੰ ਤਿਆਰ ਹੈ। ਇਹ ਠੀਕ ਹੈ, ਇਸ ਸੰਘਰਸ਼ ਨੂੰ ਹਰ ਕੋਈ ਵੱਖਰੇ ਨਜ਼ਰੀਏ ਤੋਂ ਜ਼ਰੂਰ ਵੇਖ ਰਿਹਾ। ਕਿਸਾਨ ਆਗੂ ਸਿਰਫ ਹੋ ਸਕਦਾ ਕਿਸਾਨੀ ਕਾਨੂੰਨਾਂ ਦੇ ਰੂਪ 'ਚ ਵੇਖ ਰਹੇ ਹੋਣ, ਪੰਜਾਬ ਦਾ ਨੌਜਵਾਨ ਖੁਦਮੁਖਤਿਆਰੀ ਦੀ ਤੌਰ ਤੇ ਵੇਖ ਰਿਹਾ, ਸਿੱਖ ਆਪਣੀ ਹੋਂਦ ਦੇ ਅਨੰਦਪੁਰ ਸਾਹਿਬ ਦੇ ਮਤੇ ਦੇ ਰੂਪ 'ਚ ਵੇਖ ਰਹੇ ਨੇ, ਇੱਕ ਹਿੰਦੂ ਨੌਜਵਾਨ ਵੀਰ ਜਿਹੜਾ ਉਹ ਆਪਣੇ ਆਰਥਿਕ ਮੁੱਦੇ ਦੇ ਨਜ਼ਰ ਵੇਖ ਰਿਹਾ। ਪਰ ਆ ਜਾ ਕੇ ਸੰਘਰਸ਼ ਤਾਂ ਸਾਂਝਾ ਹੈ। ਸੋ ਇਹ ਸਾਂਝੇ ਪੱਧਰ ਤੇ ਲੜਨਾ ਪੈਣਾ, ਇਹਦੇ 'ਚ ਇੱਕ ਮੁੱਠਤਾ ਬਹੁਤ ਜ਼ਰੂਰੀ ਹੈ। ਪਰ ਜਦੋਂ ਇੱਕ ਪੱਖ ਤਿਆਰ ਹੋਵੇ ਕਿ ਮੈਂ ਗਲਵੱਕੜੀ 'ਚ ਲੈਣ ਨੂੰ ਤਿਆਰ ਹਾਂ ਤਾਂ ਦੂਜੇ ਨੂੰ ਵੀ ਤਿਆਰ ਹੋ ਜਾਣਾ ਚਾਹੀਦਾ ਤੇ ਇਹ ਸਾਂਝੇ ਤੌਰ ਤੇ ਲੜਿਆ ਜਾ ਸਕਦਾ। ਸੋ ਇਹ ਸਨ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਇੱਕ ਵਰਗ ਤਿਆਰ ਹੈ ਕਿਸਾਨੀ ਸੰਘਰਸ਼ ਦੇ ਵਿੱਚ ਸਾਥ ਦੇਣ ਦੇ ਲਈ, ਨੌਜਵਾਨ ਵਰਗ ਤਿਆਰ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਨੌਜਵਾਨ ਚੱਲੇ ਸੀ ਬਜ਼ੁਰਗਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ, ਉਸ ਤਰੀਕੇ ਦੇ ਨਾਲ ਹੁਣ ਵੀ ਚੱਲਣ ਨੂੰ ਤਿਆਰ ਨੇ। ਪਰ ਦੂਸਰੇ ਪਾਸਿਓਂ ਕਿਸਾਨ ਲੀਡਰਾਂ ਦੇ ਵੱਲੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਮਿਲਣ ਦੀ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਗੇ ਔਰ ਉਹ ਵੀ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਕਲਾਵੇ ਦੇ ਵਿੱਚ ਲੈਣ ਔਰ ਇਸ ਸੰਘਰਸ਼ ਦੀ ਅਸੀਂ ਪੂਰਤੀ ਕਰ ਸਕੀਏ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ।